ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਹਰਿ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰਿ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਸਚ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ ਆਪੇ ਗੁਰ ਦਾਤਾ ਕਰਮ ਵਿਧਾਤਾ, ਸੇਵਕ ਸੇਵਹਿ ਗੁਰਮੁਖ ਹਰਿ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰਿ ਰਸ ਪਾਵਣਿਆ। ਇਸ ਗੁਫਾ ਮਹਿ ਇਕ ਥਾਨ ਸੁਹਾਇਆ, ਪੂਰੈ ਗੁਰ ਹਉਮੈ ਭਰਮ ਚੁਕਾਇਆ। ਅਨ ਦਿਨ ਨਾਮ ਸਲਾਹਣ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਾਗਾਤੀ ਦੂਜੈ ਭਾਏ ਕਰ ਲਾਏ, ਨਾਵੋਂ ਭੂਲੇ ਦੇਹ ਸਜਾਏ। ਘੜੀ ਮੁਹਤ ਕਾ ਲੇਖਾ ਲੇਵੈ, ਰਤਿयों ਮਾਸਾ ਤੋਲ ਕਢਾਵਣਿਆ। ਪੇਯੜੈ ਪਿਰ ਚੇਤੇ ਨਾਹੀ, ਦੂਜੈ ਮੁੱਠੀ ਰੋਵੈ ਤਾਹੀ। ਖਰੀ ਕੁਆਲਿਓ ਕੁਰੂਪ ਕੁਲਖਣੀ, ਸੁਪਨੈ ਪਿਰ ਨਹੀਂ ਪਾਵਣਿਆ। ਪੇਯੜੈ ਪਿਰ ਮਨ ਵਸਾਇਆ, ਪੂਰੈ ਗੁਰ ਹਦੂਰ ਦਿਖਾਇਆ। ਕਾਮਣ ਪਿਰ ਰਾਖਿਆ ਕੰਠ ਲਾਏ, ਸ਼ਬਦੇ ਪਿਰ ਰਾਵੈ ਸੇਜ ਸੁਹਾਵਣਿਆ। ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ। ਨਾਨਕ ਨਾਮ ਮਿਲੈ ਵਡਿਆਈ, ਅਨ ਦਿਨ ਸਦਾ ਗੁਣ ਗਾਵਣਿਆ। ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ। ਨਾਨਕ ਨਾਮ ਮਿਲੈ ਵਡਿਆਈ, ਅਨ ਦਿਨ ਸਦਾ ਗੁਣ ਗਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਬਖਸ਼ਿਸ਼। ਢਲਦੀ ਸ਼ਾਮ ਅਸੀਂ ਸਤਸੰਗਤ ਦੇ ਸਰੰਗ ਨੂੰ ਮਾਣ ਪਾ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਮਾਝ ਰਾਗ ਦੀ ਰਚਨਾ ਗੁਰੂ ਅਮਰਦਾਸ ਪਾਤਸ਼ਾਹ ਦਾ ਪਾਵਨ ਸੰਦੇਸ਼ ਅਸ਼ਟਪਦੀਆਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੈ। ਇਸ ਮੁਕਾਮੀ ਸ਼ਬਦ ਦੀ ਵਿਵੇਚਨਾ, ਮੇਨ ਐਕਸਪਲੇਨੇਸ਼ਨ ਅਸੀਂ ਪਿੱਛੋਂ ਕਰਦੇ ਆ ਰਹੇ ਹਾਂ। ਅੱਜ 2 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ, ਪਰ ਇੱਕ ਸਰਸਰੀ ਨਜ਼ਰ ਰਹਾਉ ਦੇ ਪਦੇ ਤੇ ਜੋ ਕਿ ਮੇਨ ਮੈਸੇਜ ਕੈਰੀ ਕਰ ਰਿਹਾ ਹੈ। ਨਾਲ ਹੀ
ਅੱਜ ਸਾਕਾਏ ਪੰਜਾ ਸਾਹਿਬ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਤਵਾਰੀਖ ਦੇ ਵਿੱਚ ਉਸ ਸਿੱਖ ਵਿਰਾਸਤ ਨੂੰ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੇ ਵਿੱਚ ਧਰਤੀ ਦੇ ਉੱਤੇ ਉਸ ਆਯਾਮ ਵਿੱਚ ਕਾਇਮ ਰੱਖਿਆ ਜਦੋਂ ਇੰਤਹਾ ਦੇ ਚੈਲੰਜਸ ਸਾਡੇ ਕੋਲ ਸੀਗੇ। ਮਤਲਬ ਇਹ ਬੀਇੰਗ ਏ ਸਿੱਖ ਤੁਸੀਂ ਗੁਰੂ ਕੇ ਉਪਦੇਸ਼ਾਂ ਤੇ ਮਾਣ ਕਰਦੇ ਹੋ, ਗੁਰੂ ਦੁਆਰਾ ਬਖਸ਼ੀਆਂ ਦਾਤਾਂ ਜਿਨ੍ਹਾਂ ਦੇ ਵਿੱਚ ਸੰਸਥਾਵਾਂ, ਗੁਰਦੁਆਰੇ, ਸਾਡੀ ਰਹਿਣੀ ਬਹਿਣੀ ਸਭ ਚੀਜ਼ਾਂ ਦੇ ਵਿੱਚ। ਤੇ ਉਹ ਦੌਰ ਸੀਗਾ ਜਦੋਂ ਸਭ ਕਾਸੇ ਨੂੰ ਚੈਲੰਜ ਸੀਗਾ। ਉਸ ਦੌਰ ਦੇ ਵਿੱਚ ਉਹਨਾਂ ਨੇ ਉਸ ਚੈਲੰਜ ਨੂੰ ਐਕਸੈਪਟ ਕੀਤਾ, ਉਹਦੇ ਨਾਲ ਸਿੱਝੇ। ਤੇ ਹਕੀਕਤ ਇਹ ਹੈ ਉਸ ਤਵਾਰੀਖ ਨੂੰ ਆਪਣੇ ਖੂਨ ਦੇ ਰੰਗ ਨਾਲ ਰੰਗਦਿਆਂ ਹੋਇਆਂ ਇੱਕ ਨਵੇਂ ਜਿਹਨੂੰ ਕਿਹਾ ਜਾਏ ਕਿ ਥ੍ਰੈਸ਼ਹੋਲਡ ਨੂੰ ਟੱਚ ਕਰਾ ਦਿੱਤਾ। ਸੋ ਉਸ ਦੌਰ ਨੂੰ ਅਸੀਂ ਯਾਦ ਥੋੜ੍ਹਾ ਕਰਾਂਗੇ ਪੰਜਾ ਸਾਹਿਬ ਦੇ ਸਾਕੇ ਦੀ ਬਾਤ ਕਰਦਿਆਂ ਹੋਇਆਂ। ਪਰ ਇੱਕ ਸਰਸਰੀ ਨਜ਼ਰ ਰਹਾਓ ਦੇ ਮਨ ਤੇ ਲਾ ਪਾ ਲਈਏ। ਮਹਾਰਾਜ ਬਿਆਨ ਕਰ ਰਹੇ ਸੀਗੇ, ਹਉ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ। ਮੈਂ ਵਾਰਨੇ ਜਾਨਾ ਕੁਰਬਾਨ ਜਾਨਾ ਜਿਨ੍ਹਾਂ ਨੇ ਨਰੋਲ ਸੱਚ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਅਮਾ ਲਿਆ, ਸਮਾ ਲਿਆ, ਜਿਹੜੇ ਸੱਚ ਨਾਲ ਪ੍ਰਣਾ ਗਏ। ਨਾਲ ਜ਼ਿਕਰ ਆਇਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਓ। ਕਿਉਂਕਿ ਜੋ ਵੀ ਵਿਚਾਰ, ਖਿਆਲ, ਸੋਚ ਬੰਦਾ ਆਪਣੇ ਜ਼ਿਹਨ ਵਿੱਚ ਪਾਉਂਦਾ ਆ, ਇੱਕ ਲੈਵਲ 'ਤੇ ਬੜੇ ਮਾਣ ਨਾਲ ਕਹਿੰਦਾ ਵੀ ਮੈਂ ਸੋਚਦਾ ਧਾਰਨੀ ਹਾਂ। ਫਿਰ ਵਕਤ ਪਾ ਕੇ ਪਤਾ ਲੱਗਦਾ ਹੈ ਜੋ ਸੋਚ ਇੰਨੀ ਚੰਗੀ ਹੈ ਤੇ ਉਹਦੇ ਵਿੱਚੋਂ ਗਮ ਕਿਉਂ ਆ ਰਹੇ ਨੇ, ਦੁੱਖ ਕਿਉਂ ਆ ਰਹੇ ਨੇ, ਤਕਲੀਫਾਂ ਕਿਉਂ ਆ ਰਹੀਆਂ ਨੇ। ਸਭ ਤੋਂ ਵੱਡੀ ਜਿਹੜੀ ਮਾਈਂਡ ਮਿਜ਼ਰੀ ਹੈ ਉਹ ਕਿਉਂ ਆ ਰਹੀ ਹੈ। ਨਾਮ ਇੱਕ ਐਸੀ ਦਾਤ ਆ ਜਿਹੜੀ ਹਮੇਸ਼ਾ ਨਿਰਮਲ ਹੈ। ਮਤਲਬ ਤੁਹਾਨੂੰ ਸਭ ਕਾਸੇ 'ਚ ਰਹਿੰਦਿਆਂ ਹੋਇਆਂ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣਾ ਸੁਰਤ ਸ਼ਬਦ ਭਵਸਾਗਰ ਤਰੀਐ ਨਾਨਕ ਨਾਮ ਵਖਾਣਾ। ਤੁਸੀਂ ਸਭ ਤਰ੍ਹਾਂ ਦਾ ਚਿੱਕੜ ਆਲਾ ਦੁਆਲਾ ਸਭ ਕੁਝ ਹੋਏਗਾ ਪਰ ਆਪਣੇ ਆਪ ਨੂੰ ਉਸੇ 'ਚ ਬਿਲਕੁਲ ਕੌਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਕਰ ਪਾਓਗੇ। ਜਿਹੜੀ ਤੁਹਾਡੀ ਆਈਡੀਓਲੋਜੀ ਸੋਚ ਹੋਏਗੀ ਉਹ ਤੁਹਾਨੂੰ ਇਤਨਾ ਪਾਕ ਸਾਫ਼ ਤੇ ਨਿਰਮਲ ਰੱਖ ਸਕੇਗੀ। ਐਸੀ ਸੋਚ ਦਾ ਕਿਉਂ ਨਾ ਬੰਦਾ ਤਾਰ ਨਹੀਂ ਹੋਏ। ਗੁਰੂ ਅਮਰਦਾਸ ਸਾਹਿਬ ਇਹਦੀ ਗੱਲ ਕਰਦੇ, ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਸੱਚਾ ਨਾਮ ਸਦਾ ਹੈ ਨਿਰਮਲ। ਫਿਰ ਸੀ ਬਾਤ ਗੁਰ ਸ਼ਬਦੀ ਮਨ ਵਸਾਵਣਿਆ। ਬਾਬਾ ਜੀ ਅਸੀਂ ਇਸ ਸੋਚ ਨੂੰ ਵਾਕਿਆ 'ਚ ਅਪਣਾ ਸਕੀਏ। ਵਟ ਇਜ਼ ਦਾ ਵੇ, ਵਟ ਇਜ਼ ਦਾ ਸੋਰਸ, ਹਾਊ ਕੈਨ ਵੀ ਐਕਚੁਅਲੀ ਗੈਟ ਇਟ। ਦੈਨ ਗੁਰੂ ਸਾਹਿਬ ਨੇ ਕਿਹਾ ਗੁਰ ਸ਼ਬਦੀ, ਗੁਰੂ ਕੇ ਸ਼ਬਦ ਦੇ ਜ਼ਰੀਏ ਮਨ ਵਸਾਵਣਿਆ, ਤੁਸੀਂ ਉਸ ਨੂੰ ਮਨ ਵਿੱਚ ਵਸਾ ਸਕਦੇ ਹੋ। ਇਹ ਰਹਾਓ ਦਾ ਪਦਾ ਆ। ਜੋ 2 ਨੰਬਰ ਬੰਦ ਬਣਦਾ ਹੈ ਉਹ ਹੈਗਾ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋ ਹੈ ਗੁਰਮਤ ਹਰ ਰਸ ਪਾਵਣਿਆ। ਆਪੇ ਗੁਰਦਾਤਾ ਕਰਮ ਵਿਧਾਤਾ। ਦੇਖੋ ਜੇ ਤੇ ਬਹੁਤ ਇਹਨੂੰ ਮਤਲਬ ਬੁਨਿਆਦੀ ਤੌਰ ਤੇ ਲੈ ਆਈਏ, ਆ ਵੀ ਮਿੱਟੀ ਹੈ, ਆ ਵੀ ਮਿੱਟੀ ਹੈ, ਆ ਵੀ ਮਿੱਟੀ ਹੈ, ਆ ਕਾਰਪੇਟ ਵੀ ਮਿੱਟੀ ਹੈ, ਸਭ ਕੁਝ ਹੀ ਮਿੱਟੀ ਹੈ। ਮਿੱਟੀ ਨੇ ਰੂਪ ਵਟਾਇਆ। ਕੁਝ ਮਿੱਟੀ ਜੇ ਕਾਰਪੇਟ ਆ, ਜੂਠ ਉਹਦੀ ਫਸਲ ਬਣੀ। ਉਸ ਫਸਲ ਨੂੰ ਇੰਡਸਟਰੀ ਨੇ ਪ੍ਰੋਸੈਸ ਕੀਤਾ, ਧਾਗੇ, ਥਰੈਡ ਤੇ ਸਭ ਕੁਝ ਬਣਾ ਕੇ। ਜੇ ਡੀਪ ਲੈਵਲ ਦੇਖੋ ਤੇ ਪਿੱਛੇ ਤੇ ਮਿੱਟੀ ਹੈ ਨਾ ਸਾਰੀ। ਆ ਮੈਟਲ ਆ, ਮਿੱਟੀ ਡਿੱਗ ਕੀਤੀ, ਉਹਦੇ ਵਿੱਚੋਂ ਸਟੋਨ ਕੱਢਿਆ, ਉਹਦੇ ਵਿੱਚੋਂ ਆਇਰਨ ਤੇ ਸਭ ਚੀਜ਼ਾਂ ਕੱਢ ਕੇ ਆ ਬਣਾਤਾ। ਆ ਪਲਾਸਟਿਕ ਹੈ, ਕੁਝ ਪੈਟਰੋਲੀਅਮ ਮਿੱਟੀ ਪੱਟ ਕੇ ਉਹ ਕੱਢਿਆ, ਤੇ ਕੁਝ ਰਬਰ ਦਰਖਤਾਂ ਨੂੰ ਲੱਗਿਆ ਹੋਇਆ ਉਹ ਲਿਆਂਦਾ, ਉਹ ਮਿਲਾ ਕੇ ਇਸ ਤਰੀਕੇ ਦੇ ਨਾਲ। ਆ ਲੱਕੜ ਆ, ਦਰਖਤ ਦੀ ਮਿੱਟੀ ਦਾ ਰੂਪ ਵਟਾਇਆ ਤੇ ਸਭ। ਤੇ ਆ ਸਰੀਰ ਹੈ, ਇਹ ਤੇ ਇਵੋਲਵ ਹੋਇਆ ਮਿੱਟੀ ਖਾ ਖਾ ਕੇ, ਮਿੱਟੀ ਪੀ ਪੀ ਕੇ ਸਾਰੇ ਦੇ ਸਾਰੇ। ਐਕਚੁਅਲ ਲੈਵਲ ਤੇ ਜੇ ਡੀਪ ਲੈਵਲ ਤੇ ਦੇਖਾਂਗੇ ਤੇ ਇਹੀ ਹੈ ਨਾ। ਪਰ ਜੇ ਸਪੋਜ਼ ਕਰੋ
ਇਹਨੂੰ ਵੀ ਮਿੱਟੀ ਕਹੀ ਜਾਵਾਂ, ਇਹਨੂੰ ਵੀ ਮਿੱਟੀ ਕਹੀ ਜਾਵਾਂ, ਇਹਨੂੰ ਵੀ ਮਿੱਟੀ ਕਹੀ ਜਾਵਾਂ, ਤੇ ਫਿਰ ਆਇਡੈਂਟੀਟੀ ਕਿਹਦੀ ਬਣੇਗੀ? ਪਹਿਚਾਨਾਂਗਾ ਕਿਹਨੂੰ? ਨਾਮ ਨੂੰ ਬੜੇ ਧਿਆਨ ਨਾਲ ਦੇਖੋ। ਇੱਥੇ ਹੁਣ ਮਾਫੀ ਚਾਹਾਂ, ਬੜੀ ਡੀਪ ਲੈਵਲ ਦੀ ਬਾਤ ਹੈ, ਜੇ ਪਕੜ ਚ ਆ ਸਕੇ ਤੇ ਨਾਮ ਕਿਸੇ ਚੀਜ਼ ਨੂੰ ਆਇਡੈਂਟੀਟੀ ਦਿੰਦਾ ਆ, ਤੇ ਉਸ ਆਇਡੈਂਟੀਟੀ ਦੇ ਨਾਲ ਫਿਰ ਉਹ ਤਸਵੀਰ ਵਖਰੇਵਾਂ ਕਰਦੀ ਉਸ ਰੂਪ ਦੇ ਵਿੱਚ। ਮੈਂ ਹੋਰ ਹਾਂ, ਤੁਸੀਂ ਹੋਰ ਹੋ, ਆਹ ਹੋਰ ਹੈ, ਆਹ ਚੀਜ਼ ਹੋਰ ਹੈ, ਆਹ ਚੀਜ਼ ਹੋਰ ਹੈ, ਆਹ ਚੀਜ਼ ਹੋਰ ਹੈ, ਸਭ ਇਹ ਫਿਰ ਖੇਡ ਚੱਲਦੀ ਸਾਰੇ। ਨਹੀਂ ਤਾਂ ਖੇਡ ਨਹੀਂ ਚੱਲੇਗੀ, ਸਭ ਮਿੱਟੀ ਹੋ ਜਾਏਗੀ ਉਸ ਰੂਪ ਦੇ ਵਿੱਚ। ਤੇ ਮਦਰ ਨੇਚਰ ਦਾ ਲਾ ਹੈ, ਉਹਨੇ ਬਣਾਇਆ ਇਸ ਤਰੀਕੇ ਨਾਲ ਹੈ। ਇਹਨੇ ਸਾਰੇ ਨੇ, ਜਿਵੇਂ ਅਸੀਂ ਉਹ ਕਵਿਤ ਪੜ੍ਹਦੇ ਨਾ ਵੀ ਸਾਰੇ ਧੂੜ ਦੇ ਕਿਣਕੇ ਜਿਹੜੇ ਨੇ ਉੱਠਦੇ ਨੇ ਅਸਮਾਨ ਦੇ ਵਿੱਚ, ਤੇ ਫਿਰ ਧੂੜ 'ਚ ਆ ਕੇ ਸਮਾ ਜਾਂਦੇ ਨੇ। ਏਕ ਹੈ ਅਨੇਕ ਹੈ, ਇੱਕ ਹੀ ਹੈ ਪਰ ਅਨੇਕ ਰੂਪ ਆ ਉਹ ਸਾਰੇ ਦੇ ਅੰਦਰ। ਫਿਰ ਸਭ ਨੂੰ ਵੱਖਰੇ ਵੱਖਰੇ ਰੋਲ ਦਿੱਤੇ ਗਏ ਨੇ ਉਹ ਸਾਰੇ ਦੇ ਅੰਦਰ। ਹੁਣ ਥੋੜੀ ਬਾਤ ਮੈਂ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਕਰ ਦੇਣਾ ਨਾਲ ਹੀ, ਕਿਉਂਕਿ ਬਿਲਕੁਲ ਕੋਰਲੇਟ ਹੋ ਜਾਂਦੀ ਹੈ ਚੀਜ਼ ਇੱਥੇ ਆ ਕੇ। ਇਹਨਾਂ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਮਾਰਟਰਸ ਬਾਰੇ ਸਮਝਾਉਣਾ, ਸਪੈਸ਼ਲੀ ਮਾਰਟਰਡੂਮ ਜਿਹੜੀ ਰਿਲੀਜੀਅਸ ਪਰਸਪੈਕਟਿਵ ਵਿੱਚੋਂ ਆ ਰਹੀ ਹੈ। ਬੱਚੇ ਤੁਹਾਨੂੰ ਓਪਨਲੀ ਕਹਿਣ ਨਾ ਕਹਿਣ, ਪਰ ਜਿੰਨਾ ਲਿਟਰੇਚਰ ਤੇ ਜੋ ਕੁਝ ਇੱਥੇ ਆ ਰਿਹਾ ਸਭ ਕੁਝ, ਤੇ ਜਿਵੇਂ ਹੁਣ ਫਿਰ ਦੁਬਾਰਾ ਫਰਾਂਸ ਤੋਂ ਗੱਲ ਸ਼ੁਰੂ ਹੋ ਗਈ ਹੈ, ਦੁਬਾਰਾ ਫਿਰ ਉਹ ਪ੍ਰੋਫਿਟ ਮੁਹੰਮਦ ਦੇ ਕਾਰਟੂਨ ਛਾਪਣ ਤੋਂ ਸਾਰੀ ਗੱਲਬਾਤ ਇਹ ਗੱਲ ਹੋ ਰਹੀ ਹੈ ਕਿ people who gave their lives under any kind of religious impressions, they are radical. ਉਹ ਰੈਡੀਕਲ ਨੇ, ਉਹ ਕਮਲੇ ਨੇ। ਹੁਣ ਜਦੋਂ ਇਸ ਲਾਈਨ 'ਚ ਲਿਆਓਗੇ ਤੇ ਫਿਰ ਤੁਸੀਂ ਆਪਣੇ ਸ਼ਹੀਦਾਂ ਦੀ ਬਾਤ ਕਰਦੇ ਹੋ ਤੇ ਉਹ ਕਹਿਣਗੇ ਲੈ, ਯੂ ਨੋ ਵਾਟ ਦ ਡਿਫਰੈਂਸ। These radicals have this kind of belief system and ours have this kind of belief system, but end of the day there is no any kind of you can say universal or higher level cause for their martyrdom or for their actually ਜਿਹੜਾ ਉਹਨੂੰ ਜ਼ਿੰਦਗੀ ਆਪਣੀ ਦੇ ਰਹੇ ਨੇ ਉਹਦੇ ਵਿੱਚ। ਸਿੱਖੀ ਦਾ ਪਰਸਪੈਕਟਿਵ ਮਰਨਾ ਮਾਰਨਾ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ। ਸਿੱਖੀ ਦਾ ਪਰਸਪੈਕਟਿਵ ਐਕਚੁਅਲ ਲੈਵਲ ਤੇ ਜੀਓ ਤੇ ਜਿਉਣ ਦਿਓ ਦਾ ਕਨਸੈਪਟ ਹੈ। ਸਿੱਖੀ ਦਾ ਕਨਸੈਪਟ ਤੇ ਹੈ ਧੱਕਾ ਵੀ ਹੋ ਜਾਏ ਤੇ ਬਰਦਾਸ਼ਤ ਕਰ ਜਾਓ। ਜੇ ਚੀਜ਼ ਨਾ ਹੋਏ ਤੇ ਕਿੱਥੋਂ ਆਵੇਗਾ ਬਚਨ ਇਹੋ ਜਿਹਾ, ਫਰੀਦਾ ਜੋਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਹੁਣ ਆਹ ਕਨਸੈਪਟ ਕੀ ਹੈ? ਹਾਂ, ਜਦੋਂ ਮੇਰੇ ਨਾਲ ਹੋ ਰਿਹਾ, ਮੇਰੇ 'ਚ ਬਰਦਾਸ਼ਤ ਦਾ ਮਾਦਾ ਹੋਏ ਮੈਂ ਕਰ ਜਾਵਾਂ, ਪਰ ਜਦੋਂ ਕੋਈ ਚੀਜ਼ ਮਨੁੱਖਤਾ ਦਾ ਨੁਕਸਾਨ ਕਰਨ ਵਾਸਤੇ ਆਏ, ਜਦੋਂ ਮੇਰੀ ਮਾਈ ਸੈਲਫ ਕੱਲੀ ਇਸ ਸੈਲਫਿਸ਼ ਲੈਵਲ ਦੀ ਬਾਤ ਨਹੀਂ ਹੈ। ਹੁਣ ਕੀ ਹੈ? ਹੁਣ ਇੱਕ ਯੂਨੀਵਰਸਲ ਲੈਵਲ ਤੇ ਮੇਰੀ ਡਿਊਟੀ ਬਣਦੀ ਹੈ। ਆਲੇ ਦੁਆਲੇ ਸਾਰੇ ਦੇ 'ਚ ਧੱਕਾ ਹੋ ਰਿਹਾ, ਉਸ ਦੇ 'ਚ ਫਿਰ ਮੈਨੂੰ ਚਾਰਾ ਜੋਰੀ ਕਰਨੀ ਚਾਹੀਦੀ ਹੈ। ਉਸ ਚਾਰਾ ਜੋਰੀ ਵਿੱਚੋਂ ਫਿਰ ਤੁਹਾਡੀ ਸਾਰੀ ਸਟਰਗਲ ਨਿਕਲਦੀ ਹੈ। ਨਹੀਂ ਤਾਂ ਗੁਰੂ ਅਰਜਨ ਸਾਹਿਬ ਉਹਨਾਂ ਤੇ ਠੀਕ ਹੈ, ਤਤੀ ਤਵੀ ਤੇ ਬਿਠਾ ਲਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੋਈ ਨਾ, ਸ਼ਾਹ ਰਗ ਦਾ ਖੂਨ ਲੈ ਲਓ ਤੁਸੀਂ, ਇਹਦੇ 'ਚ ਕਿਹੜੀ ਗੱਲ ਹੈ? ਪਰ ਇਸ ਸਾਰੇ ਨੂੰ ਲੈਣ ਤੋਂ ਬਾਅਦ ਜੇ ਤੁਸੀਂ ਅਜੇ ਵੀ ਮਨੁੱਖਤਾ ਦਾ ਨੁਕਸਾਨ ਕਰੀ ਜਾਓਗੇ, ਅਲਟੀਮੇਟਲੀ ਫਿਰ ਇਹ ਨਹੀਂ, ਫਿਰ ਮਦਰ ਨੇਚਰ ਦਾ ਲਾ ਇਹ ਕਹਿੰਦਾ ਸਾਨੂੰ ਉਸ ਚੀਜ਼ ਨੂੰ ਪ੍ਰੋਟੈਕਟ ਕਰਨਾ ਪਏਗਾ। ਇਹ ਜਿਹੜੀ ਚੀਜ਼ ਸਾਹਮਣੇ ਨਿਕਲ ਕੇ ਆਉਂਦੀ ਹੈ ਬਾਹਰ। ਹੁਣ ਜਿਹੜੀ ਮੈਂ ਬਾਤ ਮੌਲਿਕ ਰੂਪ ਵਿੱਚ ਕਰਨੀ ਚਾਹ ਰਿਹਾ ਸੀਗਾ, ਸਾਡੇ ਘਰ ਸ਼ਹਾਦਤ ਦਾ ਕਨਸੈਪਟ ਸਿਰਫ ਆਪਣੀ ਜਾਨ ਦੇ ਦੇਣਾ ਨਹੀਂਗਾ, ਜਾਂ ਕਿਸੇ ਬਹੁਤ ਵੱਡੇ ਰਿਲੀਜੀਅਸ ਥਾਟ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਹੂਤਿਤ ਕਰਨ ਵਾਲੀ ਬਾਤ ਨਹੀਂ ਹੈ। ਇਹ ਸਾਰਾ ਮਨੁੱਖਵਾਦੀ ਹੈ, ਹਿਊਮੈਨਿਟੇਰੀਅਨ ਗਰਾਊਂਡ ਤੇ ਖੜੀ ਹੋਈ ਬਾਤ ਹੈ। ਮੈਂ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਬਾਤ ਕਰਦਾ ਹਾਂ। ਤੁਸੀਂ ਤਵਾਰੀਖ ਪੜ੍ਹਦੇ ਹੋ, you get amazed by reading and by actually witnessing what a great incident। ਗੁਰੂ ਕੇ ਬਾਗ ਦਾ ਮੋਰਚਾ ਲੱਗਦਾ, ਆਪਨੇ ਇਤਿਹਾਸ ਵਿੱਚ ਪੜ੍ਹਿਆ ਹੋਏਗਾ ਜ਼ਰੂਰ।
1922 ਦੀ ਗੱਲ ਹੈ, ਅਕਤੂਬਰ ਮਹੀਨੇ ਦੀ ਅੱਜ ਜਿਹੜਾ ਪੰਜਾ ਸਾਹਿਬ ਦਾ ਸਾਕਾ ਵਾਪਰਦਾ, ਪਰ ਇਹਦੇ ਪਿਛੋਕੜ 'ਚ ਮੈਂ ਬਾਤ ਕਰ ਰਿਹਾ। ਗੁਰੂ ਕੇ ਬਾਗ ਕਾ ਮੋਰਚਾ ਲੱਗਦਾ, ਤੇ ਮੋਰਚੇ ਦਾ ਵੀ ਬੈਕਗਰਾਊਂਡ ਇਹ ਹੈਗਾ ਕਿ ਗੁਰੂ ਕੇ ਸਿੱਖਾਂ ਨੇ ਲੰਗਰ ਵਾਸਤੇ ਉਹਦਾ ਜਿਹੜਾ ਨਾਲ ਲੱਗਦਾ ਬਾਗ ਸੀਗਾ ਗੁਰੂ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ, ਤੇ ਉਹ ਉੱਥੋਂ ਲੱਕੜ ਕੱਟ ਕੇ ਲਿਆਂਦੀ ਸੀ। ਉਹਦਾ ਕੇਸ ਬਣਾਤਾ ਮਹੰਤ ਨੇ। ਗੋਰੀ ਸਰਕਾਰ ਜਿਹੜੀ ਕਲੋਨੀਅਲ ਗਵਰਨਮੈਂਟ ਜਿਹੜੀ ਸੀਗੀ ਉਹ ਉਹਨਾਂ ਦੀ ਪਿੱਠ ਥਾਪੜ ਰਹੀ ਸੀ, ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਜੁਰਮਾਨਾ ਵੀ ਕਰਤਾ, ਸਜ਼ਾ ਵੀ ਦੇ ਦਿੱਤੀ। ਸਿੱਖਾਂ ਨੇ ਕਿਹਾ ਵੀ ਇਹਦੇ ਬਹੁਤ ਧੱਕਾ ਆ, ਦੈਟਸ ਟੋਟਲੀ ਅਨਜਸਟਿਸ, ਦੈਟਸ ਨਾਟ ਗੁੱਡ ਥਿੰਗ। ਆਪਾਂ ਇਹਦੇ ਖਿਲਾਫ ਜਿਹੜਾ ਹੈਗਾ ਐਜੀਟੇਸ਼ਨ ਕਰਾਂਗੇ। ਬੜੇ ਨੌਨ ਵਾਇਲੈਂਸ ਵੇ ਦੇ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਅਰੈਸਟ ਕਰਨਾ ਕਰੋ, ਅਸੀਂ ਇੱਕ ਨਹੀਂ ਗਏ, ਦੋ ਨਹੀਂ, ਪੰਜ ਨਹੀਂ, ਅਸੀਂ ਸਾਰੇ ਭਰਾ ਵਾਂ, ਅਸੀਂ ਸਾਰੇ ਇੱਕੋ ਹੀ ਰੂਪ ਆ, ਸਾਨੂੰ ਅਰੈਸਟ ਕਰੋ, 50 ਨੂੰ 100 ਨੂੰ। ਗੋਰੀ ਸਰਕਾਰ ਲਈ ਮੁਸੀਬਤ ਬਣ ਗਈ, ਕਿੰਨਿਆਂ ਨੂੰ ਅਰੈਸਟ ਕਰਾਂ, ਕਿੱਥੇ ਜੇਲ੍ਹਾਂ 'ਚ ਪਾਵਾਂ, ਕਿੱਥੇ, ਕਿਉਂਕਿ ਸਾਰਾ ਉਹਦੀ ਜਿਹੜਾ ਉਹਨਾਂ ਦਾ ਐਕਚੁਅਲੀ ਗਵਰਨਿੰਗ ਸਿਸਟਮ ਜਾਂ ਫਿਰ ਸਾਰੇ ਨੂੰ ਬਦਲੋ, ਜਸਟਿਸ ਤੇ ਬਾਤ ਕਰੋ। ਅਖੀਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਕੇ ਟ੍ਰੇਨ ਭਰੋ ਇਹਨਾਂ ਦੀ, ਤੇ ਆਲ ਦਾ ਵੇ ਫਰੰਟੀਅਰ ਸਾਈਡ ਤੇ ਲੈ ਜਾਓ, ਪੰਜਾਬ ਤੋਂ ਬਾਹਰ, ਉੱਥੇ ਜਾ ਕੇ ਇਹਨਾਂ ਨੂੰ ਛੱਡ ਕੇ ਖਾਲੀ ਟ੍ਰੇਨ ਲੈ ਆਓ। ਮੂਵਮੈਂਟ ਦਾ ਲੱਕ ਤੋੜ ਦਿਓ, ਹੌਲੀ ਹੌਲੀ ਉੱਥੋਂ ਘੱਟ ਆਉਣਗੇ, ਇੱਥੇ ਅਰੈਸਟਿੰਗ ਘੱਟ ਹੋਏਗੀ, ਘੱਟ ਗ੍ਰਿਫਤਾਰੀਆਂ ਦੇਣਗੇ, ਇਸ ਤਰੀਕੇ ਦੇ ਨਾਲ। ਖੈਰ ਉਹ ਉਹਨਾਂ ਨੂੰ ਗੱਡੀ ਤੇ ਲੱਦਿਆ, ਲੈ ਗਏ। ਰਾਵਲਪਿੰਡੀ ਤੋਂ ਹੁੰਦੀ ਹੋਈ ਗੱਡੀ ਅੱਗੇ ਨੂੰ ਜਾ ਰਹੀ ਹੈ, ਹਸਨ ਅਬਦਾਲ ਇਸ ਇਲਾਕੇ 'ਚੋਂ ਲੰਘਣਾ ਹੈ। ਗੁਰਦੁਆਰਾ ਪੰਜਾ ਸਾਹਿਬ ਬਿਲਕੁਲ ਉਹਦੇ ਨੇੜੇ ਪੈਂਦਾ। ਸਿੱਖਾਂ ਨੂੰ ਪਤਾ ਲੱਗਾ, ਉਹਨੇ ਕਿਹਾ ਸਾਡੇ ਭਰਾ ਨੇ, ਉਹ ਥੋੜਾ ਵੀ ਕੋਈ ਸਰਕਾਰ ਦੇ ਖਿਲਾਫ ਐਜੀਟੇਸ਼ਨ, ਹੱਕਾਂ ਹਕੂਕਾਂ ਲੜ ਰਹੇ ਨੇ, ਭੁੱਖਣ ਭਾਣੇ ਨੇ, ਪਿੱਛੋਂ ਆ ਰਹੇ ਨੇ, ਪ੍ਰਸ਼ਾਦਾ ਤੇ ਚਕਾਈਏ ਉਹਨਾਂ ਨੂੰ। ਲੰਗਰ ਬਣਾ ਲਿਆ, ਅਰਦਾਸਾ ਸੋਧ ਕੇ ਵੀ ਗੁਰੂ ਮਹਾਰਾਜ ਤੇਰੇ ਸਿੱਖਾਂ ਨੂੰ, ਜਿਹੜੇ ਸਿੱਖ ਇਸ ਮਾਨਵ ਪੱਖੀ ਕਾਰਜ ਲਈ ਤੇ ਨਿਆਂ ਲਈ ਲੜ ਰਹੇ ਨੇ, ਉਹਨਾਂ ਲਈ ਅਸੀਂ ਸਭ ਕੁਝ ਕਰ ਰਹੇ ਹਾਂ। ਖੈਰ ਪ੍ਰਸ਼ਾਦਾ ਤਿਆਰ ਹੋ ਗਿਆ, ਸਟੇਸ਼ਨ ਮਾਸਟਰ ਤੱਕ ਗੱਲ ਪਹੁੰਚੀ। ਸਟੇਸ਼ਨ ਮਾਸਟਰ ਨੇ ਕਿਹਾ ਵੀ ਪਿੱਛੇ ਆਪਣੇ ਸੁਪਰੀਡੈਂਟੈਂਟ ਨੂੰ ਵੀ, ਭਾਈ ਇਸ ਤਰੀਕੇ ਨਾਲ ਸਿੱਖਾਂ ਨੇ ਤੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਗੱਡੀ ਰੋਕ ਕੇ ਛਕਾਉਣ ਦੀ ਗੱਲ ਹੋ ਰਹੀ ਹੈ। ਉਹ ਕਹਿੰਦਾ ਨੋ ਵੇ, ਇਹ ਕੋਈ ਸਰਕਾਰੀ ਮਹਿਮਾਨ ਨੇ, ਇਹ ਤੇ ਸਾਡੇ ਲਈ, ਤੇ ਇਹ ਜਿਹੜੇ ਨੇ ਸਾਡੇ ਲਈ ਤੇ ਇੱਕ ਤਰ੍ਹਾਂ ਦੇ ਨਾਲ ਕਾਈਂਡ ਆਫ ਕ੍ਰਿਮੀਨਲ ਨੇ, ਅਸੀਂ ਤੇ ਇਹਨਾਂ ਨੂੰ ਬਿਲਕੁਲ ਨਹੀਂ, ਅਸੀਂ ਤੇ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਨਹੀਂ ਐਕਸੈਪਟ ਕਰ ਸਕਦੇ ਇਸ ਚੀਜ਼ ਨੂੰ, ਬਿਲਕੁਲ ਨਹੀਂ ਗੱਡੀ ਰੁਕੇਗੀ। ਸਟੇਸ਼ਨ ਮਾਸਟਰ ਨੇ ਆ ਕੇ ਸਿੱਖਾਂ ਨੂੰ ਕਹਿ ਦਿੱਤਾ ਵੀ ਆਰਡਰ ਆ ਗਿਆ, ਗੱਡੀ ਨਹੀਂ ਰੋਕ ਸਕਦੇ। ਉਹ ਕਹਿੰਦੇ ਨੋ ਵੇ, ਲੰਗਰ ਤਿਆਰ ਹੀ ਅਰਦਾਸਾ ਸੋਧ ਕੇ ਉਹਨਾਂ ਵਾਸਤੇ ਕੀਤਾ। ਇੱਥੇ ਫਿਰ ਮੈਂ ਬਾਤ ਕਰਾਂਗਾ ਵਿਵੇਕ, ਦੇਖੋ ਕੀ ਚੀਜ਼ ਹੁੰਦੀ ਹੈ। ਕਈ ਵਾਰ ਜਿਵੇਂ ਬੜੇ ਕਮਾਲ ਦਾ ਇਸ਼ਰਾਰ ਲਿਖਿਆ, ਸ਼ਾਇਦ ਉਲਾਮਾ ਨੇ ਲਿਖਿਆ ਸੀਗਾ, ਉਹ ਕਹਿੰਦਾ ਦਾਦ ਦੇਤੀ ਹੈ ਗਰਦਿਸ਼ੇਂ ਦੌਰਾਂ, ਜ਼ਿੰਦਗੀ एहतराम ਕਰਤੀ ਹੈ। ਮਤਲਬ ਜੈਸਾ ਮਰਜੀ ਗਰਦਿਸ਼ ਦਾ ਦੌਰ ਚੱਲ ਰਿਹਾ ਹੋਏ, ਬੰਦੇ ਦਾ ਐਕਟ ਐਸਾ ਹੋਣਾ ਚਾਹੀਦਾ ਹੈ ਕਿ ਉਹ ਗਰਦਿਸ਼ੇ ਦੌਰ ਵੀ ਜਿਹੜਾ ਨਾ, ਉਹ ਵੀ ਇੱਕ ਵਾਰੀ ਦਾਤ ਦੇ ਵੀ ਕਮਾਲ ਕਰ ਦਿੱਤੀ ਵਾਏ। ਬੰਦਾ ਵਿਹਾਰ 'ਚ ਇੰਨਾ ਵਧੀਆ ਹੋਣਾ ਚਾਹੀਦਾ। ਅੰਗਰੇਜ਼ਾਂ ਦੀਆਂ ਅਖਬਾਰਾਂ ਵੀ ਜਿੱਦਣੋਂ ਸੁਰਖੀ ਛਾਪਣਗੀਆਂ, ਉਹ ਵੀ ਇੱਕ ਵਾਰੀ ਪੜ੍ਹ ਕੇ ਕਹਿਣਗੇ ਵਾਓ ਵਾਟ ਆ ਕਮਿਊਨਿਟੀ, ਵਾਟ ਆ ਪੀਪਲ, we cannot actually imagine these kind of people live in this world. दाद देती है गर्दिशें दौरां, जिंदगी एहतराम करती है। जिंदगी चलो मरन वाला ते मर गया, शहीद हो गया, अपनी जान आहूतित कर गया, पर जिहड़ी जिंदगी दी वड्डी तस्वीर आ, वो जदों तक कायम रहे, उन्होंने सल्यूट करे, उन्होंने याद करे। जिवें असीं सरदार जसवंत सिंह खालड़ा जी नूं इसे हफ्ते याद कर रहे सीगे। किताबचे दा नाम भी लिखिया मरजीवड़ा। ये है दाद देती है गर्दिशें दौरां, जिंदगी एहतराम करती है। इश्क जब हद से गुजरता है, मौत झुक के सलाम करती है। एक दौर ऐसा भी आउंदा है, मौत बहुत छोटी हो जाती है, बंदा ਉਹਦੇ ਤੋਂ ਬਹੁਤ ਵੱਡਾ ਹੋ ਜਾਂਦਾ ਹੈ। ਤੇ ਇਹ ਉਹੀ ਹੁੰਦਾ ਹੈ ਜਿਹਨੂੰ ਆਪਣੇ ਆਪ ਨਾਲ ਅਹਿਦ ਪੁਗਾਣਾ ਆਉਂਦਾ ਹੋਏ। ਬਾਕੀ ਮਰ ਤੇ ਸਭ ਨੇ ਜਾਣਾ ਹੈ। ਕੋਈ 4 ਮਣ ਕਣਕ ਵੱਧ ਖਾ ਕੇ ਮਰ ਗਿਆ, ਕੋਈ ਘੱਟ ਖਾ ਕੇ ਮਰ ਗਿਆ। ਐਕਚੁਅਲੀ ਗੱਲ ਤੇ ਇੰਨੀ ਕੀ ਹੈ, ਕਿਸੇ ਨੇ 50 ਜੋੜੇ ਵੱਧ ਹੰਡਾ ਲਏ, ਕਿਸੇ ਨੇ ਘੱਟ ਹੰਡਾ ਲਏ। ਵਾਟ ਦ ਡਿਫਰੈਂਸ? ਯੂ ਨੋ, ਐਂਡ ਆਫ ਦ ਡੇ who can live here forever? No one. That is Bani's message. Ram gayo, Ravan gayo.
ਲੋਕੀ ਪਰਿਵਾਰ ਪਾਲਦੇ ਨਾ ਇੱਥੇ ਵੀ, ਮੈਂ ਨਾ ਆਪਣੇ ਪਰਿਵਾਰ ਨੂੰ, ਮੈਨੂੰ ਕੋਈ 10 ਸਾਲ ਹੋਰ ਮਿਲ ਜਾਣ, ਮੈਂ ਟੱਬਰ ਦਾ ਹੋਰ ਕੋਈ ਸਵਾਰ ਜਾਵਾਂ, ਹੋਰ ਕਰ ਜਾਵਾਂ। ਬਾਬਾ ਜੀ ਕਹਿੰਦੇ ਉਹਨਾਂ ਵੱਲ ਵੇਖ ਲਓ, ਜਿਨ੍ਹਾਂ ਨੇ ਵੰਸ਼ ਆਪਣੇ ਸਥਾਪਿਤ ਕੀਤੇ, ਕੋਈ ਰਘੂਕੁਲ, ਕੋਈ ਰਘੂਵੰਸ਼ ਦੀਆਂ ਗੱਲਾਂ ਹੋ ਰਹੀਆਂ ਨੇ, ਕੋਈ ਕਿਸੇ ਰੂਪ ਵਿੱਚ, ਪਰ ਐਂਡ ਆਫ ਦਾ ਡੇ ਕੌਣ ਰਿਹਾ ਇੱਥੇ? ਖੈਰ, ਜਿਹੜੀ ਬੇਨਤੀ ਕਰਨ ਲੱਗਾ ਉਹ ਤੇ ਐਮਫਸਾਈਜ਼ ਕਰਾਂ, ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਗੱਡੀ ਨਹੀਂ ਰੁਕੇਗੀ, ਉਹਨਾਂ ਨੇ ਕਿਹਾ ਅਰਦਾਸਾ ਸੋਧਿਆ, ਈਮਾਨ ਪ੍ਰਸਤਾਂ ਆਪਣੇ ਗੁਰੂ ਨਾਲ ਸਾਂਝ ਹੈ, ਪ੍ਰਸ਼ਾਦਾ ਤੇ ਛਕਾਵਾਂਗੇ, ਗੱਡੀ ਰੁਕੇਗੀ। ਉਹਨੇ ਦੁਬਾਰਾ ਫਿਰ ਸੁਪਰੀਡੈਂਟ ਨੂੰ ਜਾ ਕੇ ਕਿਹਾ, ਇਹ ਬਾਤ ਹੋ ਗਈ। ਉਹ ਕਹਿੰਦਾ ਨੋ ਬੇ, ਤੇਰੀ ਜੌਬ, ਤੈਨੂੰ ਜੌਬ ਕਰਨੀ ਨਹੀਂ ਆਉਂਦੀ, ਦੈਟਸ ਅ ਡਿਫਰੈਂਟ ਸਟੋਰੀ, ਜੌਬ ਰਿਜ਼ਾਈਨ ਕਰ, ਅਸੀਂ ਬੰਦਾ ਹੋਰ ਭੇਜ ਦਾਂਗੇ, ਪਰ ਇਹ ਕੰਮ ਨਹੀਂ ਹੋਏਗਾ। ਉਹਨੇ ਕਿਹਾ ਜੀ ਬਿਲਕੁਲ ਗੱਡੀ ਨਹੀਂ ਰੁਕੇ। ਕੋਈ ਕਹਿੰਦਾ ਫਿਰ ਗੱਲ ਸੁਣੋ, ਗੱਡੀ ਰੁਕੇਗੀ ਭਾਵੇਂ ਅਸੀਂ ਗੱਡੀ ਦੀਆਂ ਪਲੇਟ ਉਹਦੇ 'ਚ ਪਟੜੀ ਤੇ ਬੈਠ ਕੇ ਆਪਣੇ ਹੱਡਾਂ ਨਾਲ ਰੋਕੀਏ, ਅਸੀਂ ਸ਼ਹੀਦ ਹੋ ਜਾਵਾਂਗੇ, ਪੂਰਿਆਂ ਕੱਟਿਆਂ ਜਾਵਾਂਗੇ, ਪਰ ਗੱਡੀ ਰੋਕਾਂਗੇ ਜ਼ਰੂਰ। ਗੱਡੀ ਤੇ ਬੈਠ ਕੇ ਉਹਨੇ ਦੁਬਾਰਾ ਕਿਹਾ, ਸਿੱਖ ਨੇ, ਅਹਿਦ ਦੇ ਪੱਕੇ ਨੇ, ਸਟੇਸ਼ਨ ਉਹ ਜਿਹੜਾ ਹੈਗਾ ਪਟੜੀ ਤੇ ਬੈਠ ਗਏ ਨੇ, ਬਲੱਡ ਸ਼ੈਡਿੰਗ ਹੋਏਗੀ ਬਹੁਤ ਜ਼ਿਆਦਾ। ਸੁਪਰੀਡੈਂਟ ਕਹਿੰਦਾ ਹੂ ਕੇਅਰ, ਬਲਕਿ ਪਿਛਲੇ ਸਟੇਸ਼ਨ ਤੇ ਗੱਡੀ ਰੋਕ ਕੇ ਡਰਾਈਵਰ ਨੂੰ ਇਹ ਕਹਿ ਦਿਓ ਗੱਡੀ ਰੁਕਣੀ ਚਾਹੀਦੀ, ਬਲਕਿ ਰਫ਼ਤਾਰ ਨਾਲ ਤੇਜ਼, ਹੋਰ ਜ਼ਿਆਦਾ ਤੇਜ਼ ਚਲਾ ਕੇ ਲੈ ਕੇ ਜਾਏ, ਬਲਕਿ ਜਦੋਂ ਤੇਰੇ ਕੋਲ ਗੱਡੀ ਆਵੇ ਤੂੰ ਕਾਂਟੇ ਬਦਲਣੇ ਇੰਨੀ ਸਪੀਡ ਨਾਲ ਤੇ ਇੰਨੀ ਜ਼ੋਰ ਲਾਏ ਖੜਾਕ ਨਾਲ ਬਦਲੀ ਤਾਂ ਇਹ ਖੜਾਕਾ ਹੋਰ ਵਧੇ। ਨਾਲ ਦੀ ਨਾਲ ਜਦੋਂ ਕਹਿੰਦਾ ਲੋਹੇ ਦੇ ਵੀਲ ਜਿਹੜੇ ਨੇ, ਲੋਹੇ ਦੇ ਗਾਰਡਰਾਂ ਦੇ ਉੱਤੇ ਰਗੜਾਂ ਪਾਉਂਦੇ ਹੋਏ, ਮਤਲਬ ਇੱਕ ਤਰ੍ਹਾਂ ਦੇ ਨਾਲ ਅੱਗ ਦੀਆਂ ਤਰੰਗਾਂ ਕੱਢਦੇ ਹੋਏ ਲੰਘਦੇ ਨੇ ਨਾ, ਵੱਡੇ ਲੋਕ ਜਿਹੜੇ ਨੇ ਉਹ ਕਾਂਪ ਖਾ ਜਾਂਦੇ ਨੇ ਉਸ ਰੂਪ ਦੇ ਵਿੱਚ। ਦੇਖੀ ਧਰਤੀ ਕੰਬਦੀ ਹੈ, ਬੰਦੇ ਤੇ ਭੱਜਦੇ ਨਹੀਂ ਦਿਸਨੇ ਉਸ ਜਿਹੜਾ ਪਟੜੀ ਦੇ ਉੱਤੋਂ। ਉਹਨੇ ਫਿਰ ਕਿਹਾ, ਕਹਿੰਦੇ ਸੁਪਰੀਡੈਂਟੈਂਟ ਗੱਲ ਤੇਰੀ ਬਿਲਕੁਲ ਠੀਕ ਹੈ, ਪਰ ਇਹ ਸਿੱਖ ਨੇ ਅਰਦਾਸ ਸੋਧ ਕੇ ਬੈਠੇ ਨੇ, ਇਹ ਕੁਛ ਹੋਰ ਵੱਡਾ ਘਟਨਾ ਵਾਪਰੇਗੀ। ਖੈਰ, ਸਿੱਖ ਬੀਬੀਆਂ, ਬੱਚੇ, ਜਿਹੜੇ ਬਜ਼ੁਰਗ ਸਭ ਬੈਠ ਕੇ ਪਟੜੀ ਦੇ ਉੱਤੇ। 2 ਸਿੱਖ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ, ਸ਼ਹਾਦਤ ਕੀ ਹੁੰਦੀ ਉਹਨੇ ਨੂੰ ਦੇਖੋ। ਇੱਕ ਦਾ ਨਾਂ ਹੈ ਕਰਮ ਸਿੰਘ, ਇੱਕ ਦਾ ਨਾਂ ਹੈ ਪ੍ਰਤਾਪ ਸਿੰਘ। ਉਹਨਾਂ ਕਿਹਾ ਓ ਹੋ ਵਿਵੇਕ ਦਾ ਇਸਤੇਮਾਲ ਕੀਤਾ ਜਾਏ, ਕਿਉਂਕਿ ਆਖਰਕਾਰ ਸ਼ਹਾਦਤ ਤੇ ਹੋਏਗੀ, ਪਰ ਬਲੱਡ ਸ਼ੈਡਿੰਗ ਇੰਨੀ ਜ਼ਿਆਦਾ। ਅਸੀਂ ਪ੍ਰਸ਼ਾਦੇ ਦੀ ਅਰਦਾਸ ਹੁੰਦੀ ਹੈ, ਛਕਾਣਾ ਵੀ ਜ਼ਰੂਰ ਹੈ, ਕੀਤਾ ਕੀ ਜਾਏ। ਉਹ ਸਟੇਸ਼ਨ ਮਾਸਟਰ ਕੋਲ ਗਏ ਤੇ ਉਹਨੂੰ ਜਾ ਕੇ ਕਹਿੰਦੇ, ਠੀਕ ਹੈ ਤੂੰ ਗੱਡੀ ਨਹੀਂ ਰੋਕ ਸਕਦਾ, ਸਮਝ ਗਏ ਗੱਲ ਤੇਰੀ, ਪਰ ਤੂੰ ਤੇਰੇ ਤੋਂ ਕੁਝ ਜਾਣਕਾਰੀ ਲੈ ਸਕਦੇ? ਉਹ ਕਹਿੰਦਾ ਜੀ ਗੱਡੀ ਰੋਕਣ ਤੋਂ ਬਿਨਾਂ ਜੋ ਦੱਸੋ, ਮੇਰੀ ਜਾਨ ਆ ਜਰਾ। ਉਹ ਕਹਿੰਦੇ ਗੱਲ ਇਹ ਹੈ, ਤੂੰ ਤੇ ਰੋਜ਼ ਗੱਡੀਆਂ ਇੱਥੇ ਲੰਘਦੀਆਂ, ਤੈਨੂੰ ਪਤਾ ਤੂੰ ਤੇ ਰੇਲਵੇ ਦਾ ਬੰਦਾ ਆ, ਗੱਡੀ ਜਿੰਨੀ ਸਪੀਡ ਤੇ ਆ ਰਹੀ ਹੈ, ਜੇ ਉਹਨੂੰ ਬ੍ਰੇਕ ਜਿਹੜੀ ਨਾ ਅਪਲਾਈ ਕੀਤੀਆਂ ਜਾਣ, ਅਲਟੀਮੇਟਲੀ ਕਿੰਨਾ ਸਮਾਂ ਤੇ ਕਿੰਨੀ ਦੂਰੀ ਤੈਅ ਕਰਦੀ ਹੈ ਗੱਡੀ। ਉਹ ਕਹਿੰਦਾ ਵੀ ਜਿੰਨੀ ਸਪੀਡ ਤੇ ਗੱਡੀ ਆ ਰਹੀ ਹੈ, ਐਟਲੀਸਟ ਇੱਥੋਂ ਜੇ ਡਰਾਈਵਰ ਬ੍ਰੇਕ ਲਾਣੀ ਸ਼ੁਰੂ ਕਰੇਗਾ, ਜਿੱਥੇ ਤੁਸੀਂ ਬੈਠੇ ਹੋ ਉੱਥੋਂ ਤੱਕ ਜਾਣ ਤੱਕ, ਤਾਂ ਗੱਡੀ ਰੁਕ ਪਾਏਗੀ। ਇੰਨਾ ਡਿਸਟੈਂਸ ਤੇ ਇੰਨਾ ਟਾਈਮ ਉਹਨੂੰ ਰੁਕਣ ਵਾਸਤੇ ਚਾਹੀਦਾ ਆ, ਜ਼ਰੂਰੀ ਹੈ। ਉਹਨੇ ਕਿਹਾ ਠੀਕ ਹੈ, ਸ਼ੁਕਰੀਆ ਤੇਰਾ। ਆਪ ਜਾ ਕੇ ਬਿਠਾਉਂਦੇ ਰਹੇ ਸਾਰਿਆਂ ਨੂੰ। ਜਦੋਂ ਆਪਾਂ ਹਕੀਮ ਅੱਲਾ ਯਾਰ ਖਾਂ ਜੋਗੀ ਨੂੰ ਪੜ੍ਹਦੇ ਆ ਨਾ, ਉਹ ਸਾਹਿਬਜ਼ਾਦਿਆਂ ਨੂੰ ਅਖੀਰ ਦੇ ਉੱਤੇ ਵਜ਼ੀਰ ਖਾਂ ਕਹਿੰਦਾ ਆ ਕਿ ਲੈ 2 ਬੱਚੇ ਹੋ ਛੋਟੇ ਮੇਰੇ ਵਾਸਤੇ, ਕਿੱਡੀ ਕੁ ਵੱਡੀ ਗੱਲ ਹੈ, ਮੈਂ ਤੁਹਾਡੀ ਚੁਟਕੀ ਦੇ 'ਚ ਜਾਨ ਕੱਢ ਦੇਣੀ ਹੈ, ਪਤਾ ਵੀ ਨਹੀਂ ਲੱਗਣਾ। ਉਹ ਕਹਿੰਦੇ ਨਾ ਸੱਚ ਇਹ ਨਹੀਂਗਾ, ਸੱਚ ਇਹ ਆ ਵਜ਼ੀਰ ਖਾਂ, ਤੈਨੂੰ ਨਹੀਂ ਪਤਾ ਸੀ ਕਿੱਡਾ ਵੱਡਾ ਕੰਮ ਕਰਨ ਲੱਗੇ ਆ। ਉਹ ਕਹਿੰਦੇ ਕੰਮ ਤੁਹਾਡੀ ਜਾਨ ਦੇਣੀ, ਤੁਸੀਂ ਆਪਣੇ ਆਪ ਨੂੰ ਕਤਲ ਕਰਵਾ ਰਹੇ ਹੋ, ਬੜਾ ਵੱਡਾ ਕੰਮ। ਕਹਿੰਦੇ ਹਾਂ। ਕਹਿੰਦੇ ਕੀ ਕੰਮ ਹੈ? ਮੁਸਲਮਾਨ ਲਖਾਰੀ ਲਿਖਦਾ ਹੈ, ਉਹਨਾਂ ਦੇ ਬਚਨ ਨੇ, ਹਮ ਜਾਂ ਦੇ ਕੇ ਆਪਣੀ ਜਾਂ ਔरों की बचा चले, सिक्खी की नींव हम सरों पे उठा चले, सिंघों की सल्तनत का पौधा लगा चले। तेनू नहीं एहसास साडा कर्म किड्डा वड्डा आ। हुण इत्थे की बात हुई, सरदार प्रताप सिंह, करम सिंह, उन्हां सारे सिखां नूं बिठा रहे ने, सब तो अगे आप ने इस तरीके दे नाल। जदों ना आइडिया ला लिया कि गड्डी इन्नी क दूर रह गई है, हुण ਸਾਰੇ ਜਥੇ ਨੂੰ ਛੱਡ ਕੇ ਦੋਨੋਂ ਜਣੇ ਭੱਜ ਕੇ ਉੱਥੇ ਗੱਡੀ ਦੇ ਅੱਗੇ ਬਹਿ ਕੇ ਜਾ ਕੇ ਗੱਡੀ ਦੇ ਵੀਲ ਚੜ ਗਏ ਉਹਨਾਂ ਦੇ ਉੱਤੇ। ਜਿਵੇਂ ਵੀਲ ਉੱਤੇ ਚੜੇ, ਇੱਕਦਮ ਖੂਨ ਦੀਆਂ ਧਾਰਾਵਾਂ ਇੰਜਣ ਤੇ ਪਈਆਂ। ਬਾਅਦ ਚ ਦੀ ਇਨਕੁਆਇਰੀ ਵੀ ਹੋਈ, ਬਕਾਇਦਾ ਤੌਰ ਤੇ ਡਰਾਈਵਰ ਨੇ ਪੁੱਛ ਕੀਤੀ ਕਿ ਜੋ ਤੈਨੂੰ ਗੱਡੀ ਰੋਕਣ ਦਾ ਆਰਡਰ ਨਹੀਂ ਸੀਗਾ, ਫਿਰ ਬ੍ਰੇਕਾਂ ਅਪਲਾਈ ਕਿਵੇਂ ਹੋ ਗਈਆਂ? ਉਹ ਕਹਿੰਦਾ ਮੈਂ ਨਹੀਂ ਬ੍ਰੇਕਾਂ ਲਾਈਆਂ। ਕਹਿੰਦਾ ਜਦੋਂ ਖੂਨ ਇਸ ਤਰੀਕੇ ਨਾਲ ਖੂਨ ਦੀਆਂ ਧਾਰਾਵਾਂ ਸਟੇਸ਼ਨ ਜਿਹੜੀਆਂ ਚੜ ਰਹੀਆਂ ਇੰਜਣ ਦੇ ਉੱਤੇ, ਮੈਨੂੰ ਨਹੀਂ ਪਤਾ ਮੇਰੇ ਹੱਥ ਕਦੋਂ ਗਏ ਨੇ, ਆਈ ਹੈਵ ਨੋ ਕਲੂ।
ਕਹਿੰਦਾ ਮੈਂ ਮਨੁੱਖ ਹਾਂ, ਮੈਨੂੰ ਅਹਿਸਾਸ ਹੀ ਨਹੀਂ। ਆਪ ਦੇਖੋ ਕਿੰਨੀ ਬਲੱਡ ਸ਼ੈਡਿੰਗ ਹੋਣੀ ਸੀ। ਜੇ ਨਾ ਕਰਦੇ ਤੇ ਸਿੱਖਾਂ ਨੂੰ ਲੋਕਾਂ ਕਹਿਣਾ ਸੀਗਾ ਲੈ ਮਜ਼ਾਕ ਕਰਦੇ ਆ। ਇਹ ਮਰਜੀਵੜੇ ਕਿੱਥੋਂ ਦੇ ਨੇ, ਕੈਸੇ ਸ਼ਹੀਦ ਨੇ। ਇਹਨੂੰ ਕਹਿੰਦੇ ਨੇ ਸ਼ਹਾਦਤ। ਆਪਣੀ ਜਾਨ ਦੇ ਕੇ ਹਜ਼ਾਰਾਂ ਮਨੁੱਖਾਂ ਦੀ ਜਾਨ ਬਚਾਉਣੀ, ਸਿੱਖੀ ਦੀ ਸਾਰੀ ਸ਼ਹਾਦਤ ਦੇ ਵਿੱਚੋਂ ਨਿਕਲਦੀ ਹੈ। ਇਹ ਹੈ ਰੀਅਲ ਰੂਪ ਵਿੱਚ ਮਾਰਟਰ ਹੋਣ ਦਾ ਕਨਸੈਪਟ। ਸ਼ਬਦ ਤੇ ਆਈਏ ਵਾਪਸ ਇਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਕਰਦੇ ਹੋਏ। ਮਹਾਰਾਜ ਕਹਿੰਦੇ ਆਪੇ ਗੁਰਦਾਤਾ ਕਰਮ ਵਿਧਾਤਾ, ਰੋਲ ਦਿੱਤੇ ਉਹਨਾਂ ਨੇ ਸਾਰਿਆਂ ਨੂੰ। ਇਸ ਕਰਕੇ ਸਿੱਖ ਜਜਮੈਂਟਲ ਵੀ ਨਹੀਂ ਹੈਗਾ, ਜੱਜ ਨਹੀਂ ਕਰਦਾ ਸਿੱਖ ਕਿਸੇ ਨੂੰ। ਸਿੱਖ ਕਹਿੰਦਾ ਰੋਲ ਦਿੱਤਾ ਹੈ, ਸਭ ਨੂੰ ਰੋਲ ਹੈ ਆਪੋ ਆਪਣਾ। ਤੇ ਇਹਦੇ ਤੁਸੀਂ ਸਭ ਤੋਂ ਬੈਸਟ ਚੀਜ਼ ਪੜ੍ਹਨੀ ਹੋਏ ਨਾ, ਤੇ ਤੁਸੀਂ ਬੈਸਟ ਚੀਜ਼ ਵਿੱਚ ਪੜ੍ਹ ਸਕਦੇ ਹੋ ਭਾਈ ਮਣੀ ਸਿੰਘ ਦੀ ਸ਼ਹਾਦਤ। ਫਤਵਾ ਲੱਗਦਾ ਹੈ ਇਸਲਾਮਿਕ ਸ਼ਰੀਆ ਲਾ ਦੇ ਮੁਤਾਬਕ ਬੰਦ ਕੱਟਿਆ ਜਾਏ। ਕਾਜ਼ੀ ਫਤਵਾ ਲਵਾ ਦਿੰਦਾ ਹੈ ਤੇ ਉਹ ਜਲਾਦ ਜਿਹੜਾ ਇਸ ਕੰਮ ਵਾਸਤੇ ਬਿਠਾਇਆ ਹੈ, ਟਕਵਾ ਹੱਥ 'ਚ ਲੈ ਕੇ ਇਸ ਤਰੀਕੇ ਦੇ ਨਾਲ ਉਹ ਬੈਠਾ ਹੈ ਉਸ ਰੂਪ ਦੇ ਵਿੱਚ। ਤੇ ਉਹਨੂੰ ਫਿਰ ਵੀ ਸੋਚਿਆ ਵੀ ਉਹ ਹੋ ਤੇ ਗਲਤ ਰਿਹਾ। ਬੰਦੇ ਦੀ ਕੌਨਸ਼ੀਅਸ ਦੇ ਅੰਦਰੋਂ ਆਵਾਜ਼ ਦਿੰਦੀ ਹੈ ਪਰ ਗਲਤ ਦੇ ਵਿੱਚ ਮੇਰਾ ਰੋਲ, ਮੇਰੇ ਥਰੂ ਹੋ ਰਿਹਾ ਸਾਰਾ ਕੁਛ। ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇਸ ਬੰਦੇ ਨੂੰ ਪਹਿਲਾਂ ਆਜ਼ਾਦ ਕਰ ਦਿੰਦੇ ਹਾਂ ਪੇਨ ਤੋਂ, ਬਾਕੀ ਬਾਅਦ ਵਿੱਚ ਜਿਹੜਾ ਰੋਲ ਉਹ ਮੈਂ ਪਲੇ ਕਰ ਲਾਂਗਾ। ਤੇ ਪੇਨ ਤੋਂ ਆਜ਼ਾਦ ਕਿਵੇਂ ਕਰਾਂਗਾ? ਸਰੀਰ ਦੇ ਵੱਡੇ 2-3 ਟੋਟੇ ਜਲਦੀ ਕਰ ਦੇਣਾ, ਇੱਕ ਇੱਥੇ, ਇੱਕ ਇੱਥੇ, ਇੱਕ ਇੱਥੇ, ਤੇ ਉਸ ਤੋਂ ਬਾਅਦ ਫਿਰ ਕੱਟ ਦਿਆਂਗਾ ਸਾਰਾ। ਕੱਟ ਕੇ ਪੇਸ਼ ਕਰਨਾ ਨਾ ਸਾਰਾ, ਫਤਵਾ ਵੀ ਨਹੀਂ ਟੁੱਟੇਗਾ ਤੇ ਮੇਰੀ ਵੀ ਐਟਲੀਸਟ ਪੇਨ ਤੋਂ ਤੇ ਬਚੇਗੀ ਦੀ ਜਾਨ। ਤੋ ਜਦੋਂ ਮੈਂ ਤੁਸੀਂ ਤਸਵੀਰ ਦੇਖੀ ਹੋਣੀ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦੀ, ਤਾਂ ਐਵੇਂ ਹੱਥ ਰੱਖਦਾ ਤੇ ਇੱਥੋਂ ਐਵੇਂ ਰੱਖਣ ਲੱਗਦਾ ਤੇ ਭਾਈ ਸਾਹਿਬ ਕਹਿੰਦੇ ਨਾ ਕੀ ਕਰਨ ਲੱਗਾ? ਕਹਿੰਦਾ ਜੀ ਇੱਥੋਂ। ਭਾਈ ਸਾਹਿਬ ਕਹਿੰਦੇ ਫਤਵਾ ਕੀ ਹੈ? ਉਹ ਕਹਿੰਦਾ ਫਤਵਾ ਤਾਂ ਇੱਥੋਂ ਦਾ। ਕਹਿੰਦੇ ਫਿਰ ਇੱਥੋਂ ਕਿਉਂ ਨਹੀਂ ਸ਼ੁਰੂ ਕਰ ਰਿਹਾ? ਹੁਣ ਜਿਹੜੀ ਆਹ ਚੀਜ਼ ਆ ਐਕਚੁਅਲ ਲੈਵਲ ਤੇ ਅਸੀਂ ਬਚਨ ਪੜ੍ਹਦੇ ਨਾ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸਿੱਖ ਲਾਹੌਰ ਦੇ ਲੋਕਾਂ ਨੂੰ ਜਾ ਕੇ ਦੱਸਦੇ ਗੁਰੂ ਬਹੁਤ ਚੰਗਾ ਆ, ਗੁਰੂ ਕੇ ਸਿੱਖ ਵੀ ਬੜੇ ਚੰਗੇ ਨੇ। ਸਿੱਖਾਂ ਤੇ ਕਿੰਨੇ ਬਿਲੀਵ ਕਰਨਾ ਸੀਗਾ? ਜਦੋਂ ਇਹੋ ਜਿਹੇ ਜਲਾਦ ਜਾ ਕੇ ਦੱਸਦੇ ਹੋਣਗੇ ਅੱਜ ਸਿੱਖ ਦਾ ਕਰੈਕਟਰ ਵੇਖ ਕੇ ਆਇਆ, ਅੱਜ ਆਪਣੀ ਜੌਬ ਤੇ ਲਾਹਨਤ ਪਾਉਣ ਨੂੰ ਜੀ ਕੀਤਾ ਆ, ਅੱਜ ਅੰਦਰ ਇਹ ਲੱਗਾ ਆ ਮੇਰੇ ਤੋਂ ਬਦਨਸੀਬ ਬਦਬਖਤ ਬੰਦਾ ਕੋਈ ਨਹੀਂ ਧਰਤੀ ਦੇ ਉੱਤੇ। ਆਪਣੇ ਬੱਚਿਆਂ ਨੂੰ ਜਾ ਕੇ ਦੱਸਦਾ ਹੋਏਗਾ ਜਦੋਂ, ਉਹ ਕੀ ਸੋਚਦੇ ਹੋਣਗੇ? ਇਹੀ ਸੋਚਦੇ ਹੋਣਗੇ ਕਿਤੇ ਸਿੱਖ ਮਿਲੇ ਤਾਂ ਉਹਨੂੰ ਸਲੂਟ ਕਰੀਏ ਜਾ ਕੇ। ਇਹ ਹੈ ਐਕਚੁਅਲ ਲੈਵਲ ਤੇ ਕਰੈਕਟਰ। ਇੱਥੋਂ ਆਹ ਚੀਜ਼ਾਂ ਨਿਕਲੀਆਂ। ਇਹ ਇਸ ਕਰਕੇ ਅਸੀਂ ਕਹਿੰਦੇ ਹਾਂ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ ਅਸੀਂ। ਜਿਹੜੀ ਮੈਂ ਬਾਤ ਬੇਨਤੀ ਕਰਨ ਲੱਗਾ, ਬਾਕੀ ਭਾਈ ਮਣੀ ਸਿੰਘ ਨੇ ਜੱਜ ਕੀਤਾ ਹੋਏ ਕਾਜ਼ੀ ਨੂੰ, ਜਲਾਦ ਨੂੰ ਨਾ, ਜਲਾਦ ਨੂੰ ਕਿਹਾ ਤੇਰੀ ਜੌਬ ਹੈ, ਤੂੰ ਆਪਣੀ ਕਰ, ਮੈਂ ਆਪਣੀ ਕਰ ਰਿਹਾ। ਇਹ ਕੁਦਰਤ ਨੇ ਜੌਬਾਂ ਲਾਈਆਂ, ਕਰਾਂਗੇ ਆਪੋ ਆਪਣੀਆਂ ਭਾਈ। ਇਸ ਰੂਪ ਦੇ ਵਿੱਚ ਜਾ ਕੇ ਬੰਦਾ ਅਸਲ ਰੂਪ ਤਰੀਕੇ ਨਾਲ ਕੁਦਰਤ ਦੇ ਉਸ ਲਾ ਨੂੰ ਫਿਰ ਸਮਝਣ ਦੇ ਕਾਬਿਲ ਬਣਦਾ ਆ। ਜਿਹੜਾ ਬਚਨ ਮਹਾਰਾਜ ਲਿਖਿਆ ਨਾ, ਆਪੇ ਗੁਰਦਾਤਾ ਕਰਮ ਵਿਧਾਤਾ, ਭਾਈ ਹੈ ਤੇ ਉਹ ਆਪ ਹੀ। ਜੇ ਮੈਂ ਬਾਤ ਸ਼ੁਰੂ ਕੀਤੀ ਸੀ ਫਿਰ ਦੁਬਾਰਾ ਰਿਲੇਟ ਕਰ ਦੇਣਾ, ਹੈ ਤੇ ਮਿੱਟੀ ਹੈ ਸਾਰੀ। ਆ ਬੈਂਚ ਵੀ ਮਿੱਟੀ ਹੈ, ਆ ਮਾਈਕ ਵੀ ਮਿੱਟੀ ਹੈ, ਆ ਸਟੈਂਡ ਵੀ ਮਿੱਟੀ ਹੈ, ਆ ਬੰਦਾ ਵੀ ਮਿੱਟੀ ਹੈ, ਸਭ ਮਿੱਟੀ ਹੈ। ਪਰ ਇਸ ਮਿੱਟੀ ਨੂੰ ਰੋਲ ਮਿਲੇ ਨੇ ਵੱਖਰੇ ਵੱਖਰੇ। ਇਹਨੇ ਸਟੈਂਡ ਦੇ ਰੂਪ ਵਿੱਚ ਪਲੇ ਕਰਨਾ ਆ, ਇਹਨੇ ਤਖਤ ਪੋਸ਼ ਦੇ ਰੂਪ ਵਿੱਚ, ਮੈਂ ਬੋਲਣ ਦੇ ਰੂਪ ਦੇ ਵਿੱਚ, ਆਪਨੇ ਸੁਣ, ਰੋਲ ਨੇ ਸਾਰੇ ਦੇ ਸਾਰੇ। ਹੈ ਤੇ ਉਹ ਆਪ ਹੀ, ਓੰਕਾਰ ਹੀ, ਇਹ ਸਭ ਓੰਕਾਰ ਹੈ, ਉਹੀ ਹੈ, ਉਹੀ ਰੂਪ ਆ। ਪਰ ਨੇ ਰੂਪ ਵਟਾਏ ਨੇ ਆਪਣੇ। ਇੱਥੇ ਸਾਹਿਬ ਨੇ ਕਿਹਾ ਆਪੇ ਗੁਰਦਾਤਾ, ਜਿਹੜਾ ਦਾਤਾ ਆ, ਕਰਮ ਵਿਧਾਤਾ ਆ, ਉਹੀ ਗੁਰ ਆ। ਸਿਖਾਉਣ ਵਾਲਾ ਵੀ ਉਹ ਆ ਤੇ ਵਿੱਚ ਬੈਠ ਕੇ ਸਿੱਖਣ ਵਾਲਾ ਵੀ ਉਹ ਆ। ਬਸ ਇਸ ਰੋਲ ਨੂੰ ਪਹਿਚਾਨ ਬੰਦੇ। ਇਹ ਸੱਚ ਆ ਜਿਹੜਾ ਸ਼ਬਦ ਸੀ ਨਾ, ਹੋਂ ਵਾਰੀ ਜਿਉਂ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਸਹੀ ਸੀ ਚੀਜ਼ ਨੂੰ ਹਿਰਦੇ 'ਚ ਪਰਸੀਵ ਕਰਨ ਵਾਲਾ। ਇੱਥੇ ਬਚਨਾ ਹੈ ਸਭ ਕਹਿੰਦੇ ਆਪੇ ਗੁਰ, ਉਹ ਆਪ ਹੀ ਮਾਸਟਰ ਬਣ ਜਾਂਦਾ। ਦਾਤਾ ਦਹਿੰਦ ਹੈ, ਗਿਵਰ ਆ। ਕਰਮ ਵਿਧਾਤਾ, ਤਰਸ ਕਰਕੇ ਵਿਧੀ ਦੇ ਵਿਧਾਨ ਨੂੰ ਕੱਢਣ ਵਾਲਾ ਆ।
ਇੱਥੇ ਜਾ ਕੇ ਫਿਰ ਸਿੱਖ ਜਿਹੜਾ ਆ ਆਪਣੇ ਗੁਰੂ ਦੇ ਕਨਸੈਪਟ ਨੂੰ, ਜਿਵੇਂ ਸਾਡੇ ਵਾਸਤੇ ਗੁਰੂ ਦਾ ਕਨਸੈਪਟ ਕੀ ਹੈ? ਸਿੱਖਿਆ, ਸਿੱਖੀ, ਸਿੱਖਿਆ, ਗੁਰ ਵਿਚਾਰ। ਜੇ ਮੈਂ ਗੁਰੂ ਨਾਲ ਸਾਂਝ ਬਣਾਉਣੀ ਹੈ ਤੇ ਸਿੱਖ ਬਣ ਕੇ, ਇੱਕ ਸਟੂਡੈਂਟ, ਇੱਕ ਲਰਨਰ, ਇੱਕ ਸੀਕਰ ਦੇ ਤੌਰ ਤੇ ਬਣੇਗੀ। ਤੇ ਇੱਥੇ ਜਾ ਕੇ ਗੁਰੂ ਮੇਰੇ ਵਾਸਤੇ ਉਪਦੇਸ਼ ਦੇ ਤੌਰ ਤੇ ਵਰਤੇਗਾ। ਜਦੋਂ ਇਸ ਲੈਵਲ ਤੇ ਮੈਂ ਨਾਤਾ ਜੋੜਾਂਗਾ, ਫਿਰ ਮੈਨੂੰ ਇੱਕ ਲਾ ਸਮਝ ਆਏਗਾ ਕਿ ਜਿਹੜਾ ਸ਼ਖਸ ਗੁਰੂ ਦੀ ਸਿੱਖਿਆ ਤੇ ਗੁਰੂ ਦੇ ਉਪਦੇਸ਼ਾਂ ਨੂੰ ਜਿੰਨੇ ਹਾਇਰ ਲੈਵਲ ਤੇ ਪਰਸੀਵ ਕਰੇਗਾ, ਮੈਨੀਫੈਸਟ ਕਰੇਗਾ, ਐਗਜ਼ੀਕਿਊਟ ਕਰੇਗਾ, ਅਪਲਾਈ ਕਰੇਗਾ, ਅਲਟੀਮੇਟਲੀ ਸਿੱਖ ਆਪ ਨਹੀਂ ਰਹਿ ਜਾਏਗਾ, ਗੁਰੂ ਵਰਤੇਗਾ। ਫਿਰ ਗੁਰੂ ਵੀ ਰੱਬ ਆਪ ਵਰਤੇਗਾ ਤੇ ਕਰਮ ਵਿਧਾਤਾ, ਕਰਮਸ਼ੀਲ ਆਪ ਵਰਤੇਗਾ। ਇਹ ਰੂਪ ਜਿਹੜਾ ਆ, ਇਹ ਜਿੰਨੀ ਮਨੁੱਖ ਨੂੰ ਸਮਝ ਆਏਗਾ, ਸਿੱਖ ਨੂੰ ਸਮਝ ਆਏਗਾ, ਉਸ ਸੱਚ ਦੇ ਨੇੜੇ ਸਚਿਆਰ ਹੋ ਜਾਏਗਾ। ਇਹਨੂੰ ਸਾਹਿਬ ਨੇ ਕਿਹਾ ਆਪੇ ਗੁਰਦਾਤਾ ਕਰਮ ਵਿਧਾਤਾ, ਉਹ ਆਪ ਹੀ ਸਭ ਕਰਨ ਕਰਾਉਣ ਵਾਲਾ ਹੈ। ਸੇਵਕ ਸੇਵੈ, ਸੇਵਕ ਸੇਵੈ ਗੁਰਮੁਖ ਜਾਤਾ। ਬਾਕੀ ਸੇਵਕ ਸੇਵਾ ਹੈ। ਕੁਝ ਲੋਕ ਐਸੇ ਨੇ ਜਿਹੜੇ, ਜੇ ਮੈਂ ਜੇ ਹੁਣੇ ਬਾਤ ਕੀਤੀ ਸਰਦਾਰ ਕਰਮ ਸਿੰਘ ਦੀ ਜਾਂ ਸਰਦਾਰ ਪ੍ਰਤਾਪ ਸਿੰਘ ਦੀ, ਮਾਫੀ ਮੰਗਾਂਗਾ, ਬੜੇ ਦਾਨਿਸ਼ਮੰਦ ਲੋਕ ਹੋਣਗੇ, ਨੋ ਡਾਊਟ ਉਹਦੇ 'ਚ। ਪਰ ਇਹ ਵੀ ਹੋ ਸਕਦਾ ਜਿੰਨੀਆਂ ਗਿਆਨ ਦੀਆਂ ਗੱਲਾਂ ਮੈਂ ਜਾਣਨਾ ਜਾਂ ਮੈਂ ਕਰਦਾ, ਇੰਨੀਆਂ ਨਾ ਵੀ ਹੋਣ ਉਹਨਾਂ ਦੇ ਕੋਲ। ਪਰ ਇੱਕ ਰਿਸ਼ਤਾ ਹੈ ਗੁਰੂ ਨਾਲ, ਗੁਰੂ ਦੀ ਸਿੱਖੀ ਨਾਲ ਤੇ ਮਾਨਵਤਾ ਨਾਲ। ਜਿਹੜਾ ਉਹ ਰਿਸ਼ਤਾ ਆ, ਉਹ ਐਕਚੁਅਲ ਲੈਵਲ ਤੇ ਉਹ ਐਮਫਸਾਈਜ਼ ਕਰਦਾ, ਉਹ ਜ਼ੋਰ ਦਿੰਦਾ ਆ ਕੰਮ ਕਰ। ਇੱਥੇ ਸਾਹਿਬ ਨੇ ਬਿਆਨ ਕੀਤਾ ਨਾ, ਸੇਵਕ ਸੇਵੈ। ਕੁਝ ਲੋਕ ਸੇਵਾ ਹੀ ਕਰਦੇ ਨੇ, ਸੇਵਾ 'ਚ ਲੱਗ ਜਾਂਦੇ ਨੇ। ਬਾਏ ਦਾ ਵੇ, ਇਹ ਵੀ ਮੈਂ ਬੇਨਤੀ ਕਰਾਂ, ਦੇਖੋ ਅਗੇਨ ਚੀਜ਼ਾਂ ਮਿਸਮਰਾਈਜ਼ ਕਰ ਦਿੰਦੀਆਂ ਤੁਹਾਨੂੰ। I got so many, actually, I got amazed with so many things. COVID-19 ਚੱਲ ਰਿਹਾ, ਪੈਂਡੈਮਿਕ ਦੇ ਦੌਰ ਦੇ ਵਿੱਚ ਗੁਰਦੁਆਰੇ ਦੇ ਹਦੂਦ ਬੈਠੇ ਆ। ਆਪ ਨੇ ਸ਼ਾਇਦ ਅਨਾਊਂਸਮੈਂਟਸ ਵਗੈਰਾ ਸੁਣੀਆਂ ਵੀ ਹੋਣਗੀਆਂ ਕਿ ਗੁਰਦੁਆਰਾ ਸਾਹਿਬ ਰਸਦ ਵਗੈਰਾ ਹੋਰ ਨਾ ਲੈ ਕੇ ਆਇਓ ਕੋਈ ਵੀ, ਕਿਉਂਕਿ ਵੀ ਹੈਵ ਮੋਰ ਦੈਨ ਸਫੀਸ਼ੀਐਂਟ, ਮੋਰ ਦੈਨ ਐਨਫ। ਕੈਨ ਯੂ ਬਿਲੀਵ ਇਟ? ਇਹ ਕੀ ਹੈ? ਇਹ ਕੋਈ ਗੁਰੂ ਦਾ ਪ੍ਰਤਾਪ ਹੈ। ਅਦਰਵਾਈਜ਼ ਮੈਂ ਖੁਦ ਜ਼ਿਕਰ ਨਹੀਂ ਕਰਾਂਗਾ ਇੱਥੇ, ਪਰ ਉਹਨਾਂ ਲੋਕਾਂ ਨੂੰ ਜਿਹੜੇ ਮਤਲਬ ਗੈਰ ਸਿੱਖ ਸੰਸਥਾਵਾਂ ਦੇ ਵਿੱਚ ਮੇਰੇ ਨਾਲ ਕੁਲੀ ਕੁਝ ਕੰਮ ਕਰਦੇ ਇਸ ਤਰੀਕੇ ਨਾਲ, ਜਿਹੜੇ ਮੈਨੂੰ ਇਹ ਕਹਿੰਦੇ ਵੀ ਇਫ ਯੂ ਗਾਇਜ਼ ਕੈਨ ਐਕਚੁਅਲੀ ਹੈਲਪ ਅਸ ਲਿਟਲ ਬਿਟ। ਭਾਈ ਤੁਸੀਂ ਤੇ ਮੇਨ ਸਟ੍ਰੀਮ ਹੋ, ਪਰ ਸੱਚ ਹੈ, ਇਹ ਹੈ। ਤੇ ਮੈਂ ਮਾਫੀ ਮੰਗਾਂਗਾ ਫਿਰ ਜਿਹੜੀ ਸੰਗਤ, ਜਿਹੜਾ ਇਸ ਕਿਸਮ ਦੇ ਨਾਲ ਗੁਰੂ ਕੇ ਹਜ਼ੂਰ ਆ ਰਿਹਾ ਸ਼ਖਸ ਆ, ਉਹਨੂੰ ਖੁਦ ਨੂੰ ਨਹੀਂ ਪਤਾ ਉਹ ਕਿਹੜੇ ਐਕਟ 'ਚ ਪਾਰਟੀਸਪੇਟ ਕਰ ਰਿਹਾ, ਪਰ ਸੇਵਾ ਕਰ ਰਿਹਾ। ਸੇਵਾ ਸਭ ਕਹਿੰਦੇ ਸੇਵਕ ਸੇਵ ਹੈ, ਇਹ ਰੋਲ ਦਿੱਤੇ ਕਰਤਾਰ ਨੇ, ਤੇ ਉਹ ਸੇਵਕ ਆਪਣੇ ਨੂੰ ਸੇਵਾ ਚ ਲਾ ਰਿਹਾ। ਤੇ ਸਾਡੇ ਘਰ 'ਚ ਬਾਤ ਹੁੰਦੀ, ਜਿਹਨੂੰ ਸੇਵਾ ਦੀ ਦਾਤ ਮਿਲ ਜੇ, ਸੇਵਕ ਬਣਾ ਦੇ ਕੋਈ ਕਿਸੇ ਲੈਵਲ ਤੇ, ਉਹ ਕਹਿੰਦਾ ਭਾਈ ਸ਼ੁਕਰ ਹੀ ਹੈ ਦਾਤੇ ਦਾ, ਬਸ ਸ਼ੁਕਰ ਹੀ ਹੈ ਦਾਤੇ ਦਾ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਸਿੱਖੀ 'ਚ। ਇਸੇ ਕਰਕੇ ਅਸੀਂ ਸਾਰੀ ਜਿਵੇਂ ਬਾਤ ਕੀਤੀ, ਉਹ ਸਰਦਾਰ ਕਰਮ ਸਿੰਘ, ਪ੍ਰਤਾਪ ਸਿੰਘ ਕੀ ਸੋਚਦੇ ਹੋਣਗੇ ਕਿ ਅੱਛਾ ਆਪਾਂ ਇਹ ਕੰਮ ਕਰਾਂਗੇ, ਮੁੜ ਕੇ ਹੋਰ ਕੁਛ ਨਹੀਂ, ਤੇ ਸਾਡੇ ਨਿਆਣਿਆਂ ਨੂੰ ਘੱਟ ਤੋਂ ਘੱਟ ਲੀਡਰੀ ਤੇ ਮਿਲੇਗੀ। ਐਕਚੁਅਲੀ ਇਹੋ ਜਿਹੀ ਨੋ ਵੇ। They were thinking, this is the time, at least ਸਾਨੂੰ ਇਹ ਰੋਲ ਮਿਲਿਆ, ਰੋਲ ਪਲੇ ਕਰੀਏ ਆਪਣਾ, ਬਾਕੀ ਜੋ ਕਰਤਾਰ ਨੂੰ ਭਾਵੇ। ਸੇਵਕ ਸੇਵਾ, ਤੇ ਹਰ ਬੰਦੇ ਨੂੰ ਚੀਜ਼ ਸਮਝ ਵੀ ਨਹੀਂ ਆਉਂਦੀ, ਮਾਫੀ ਮੰਗਾਂਗਾ ਮੈਂ, ਕਿਉਂਕਿ ਜਿਹੜਾ ਇੰਟਲੈਕਟ ਮਾਈਂਡ ਹੈ ਨਾ, ਇਤਨਾ ਕਲੈਵਰ ਆ, ਬੰਦੇ ਨੂੰ ਐ ਲੂਪ ਹੋਲ ਚੋਂ ਕੱਢ ਲੈਂਦਾ ਬਾਹਰ। ਸਭ ਕਹਿੰਦੇ ਗੁਰਮੁਖ ਹਰ ਜਾਤਾ, ਜਿਹਨੇ ਗੁਰੂ ਵੱਲ ਮੂੰਹ ਕੀਤਾ ਉਹ ਇਸ ਹਰੀ ਦੇ ਲਾ ਨੂੰ ਪਹਿਚਾਨ ਗਿਆ। ਜਾਤਣਾ ਮਤਲਬ ਹੁੰਦਾ ਉਸ ਨੂੰ ਰਿਕਗਨਾਈਜ਼ ਕਰ ਲੈਣਾ, ਉਹਨੂੰ ਅੰਡਰਸਟੈਂਡ ਕਰ ਲੈਣਾ। ਅਗਲਾ ਬਚਨ ਹੈ, ਅੰਮ੍ਰਿਤ ਨਾਮ ਸਦਾ ਜਨ ਸੋ ਹੈ, ਗੁਰਮਤਿ ਹਰ ਰਸ ਪਾਵਣਿਆ। ਜਿਹੜੇ ਇਹੋ ਜਿਹੇ ਜਨ ਨੇ ਅੰਮ੍ਰਿਤ ਨਾਮ, ਉਸ ਨਾਮ ਰੂਪ ਅੰਮ੍ਰਿਤ 'ਚ ਗਲਤਾਨ ਹੋ ਜਾਂਦੇ ਨੇ। ਮਤਲਬ what is the difference between ultimate reality and illusion? ਮਾਇਆ ਤੇ ਬ੍ਰਹਮ ਦੇ ਵਿੱਚ ਫਰਕ ਕੀ ਹੈਗਾ?
ਮੈਨੂੰ ਸਪੋਜ਼ ਕਰੋ ਸਟੈਂਡ ਹੀ ਚੰਗਾ ਲੱਗ ਜੇ, ਮਾਈਕ ਚੰਗਾ ਲੱਗ ਜੇ, ਤੇ ਮੈਂ ਕਹਾਂ ਕਿ ਇਹੀ ਮਾਈਕ ਇਹੀ ਸਟੈਂਡ ਹਰ ਥਾਂ ਤੇ ਹੋਣਾ ਚਾਹੀਦਾ, ਬਸ ਇਹਦੀ ਗੱਲ ਹੋਏ ਉਹ ਹੋਏ ਹੀ ਨਾ, ਇਹ ਕਿਵੇਂ ਹੋ ਸਕਦਾ ਆ? ਕਿਤੇ ਆਹ ਮਾਈਕ ਆ, ਕਿਤੇ ਆਹ ਮਾਈਕ ਆ, ਕਿਤੇ ਆਹ ਮਾਈਕ ਆ, ਤੇ ਮੈਨੂੰ ਇਹਦੇ ਯੂਜ਼ ਦੇ ਨਾਲ ਸਾਂਝ ਹੋਣੀ ਚਾਹੀਦੀ ਹੈ। ਇਹਦੇ ਰੂਪ ਦੇ ਪ੍ਰਤੀ ਜਿਹੜੀ ਮੇਰੀ ਡਿਊਟੀ ਬਣਦੀ ਹੈ, ਇਹ ਖਰਾਬ ਨਾ ਹੋਏ, ਇਹਨੂੰ ਮਤਲਬ ਜਿੰਨੀ ਕੁ ਉਸ ਤੋਂ ਉਹਨਾਂ ਕੁ ਮੈਂ ਰੋਲ ਅਦਾ ਕਰਾਂ। ਪਰ ਜੇ ਮੈਂ ਇਹਨੂੰ ਹੀ ਪਕੜ ਕੇ ਬੈਠ ਗਿਆ, ਮੈਂ ਇਹਦੀ ਐਗਜ਼ਾਮਪਲ ਇਸ ਰੂਪ ਵਿੱਚ ਦੇ ਰਿਹਾ। ਹੁਣ ਆਪਾਂ ਸਰੀਰ ਤੇ ਆ ਜਾਈਏ। ਬੰਦਾ ਇਸੇ ਸਰੀਰ ਨੂੰ ਇੰਨਾ ਪਿਆਰ ਕਰਨ ਲੱਗ ਜਾਏ ਵੀ ਉਹ ਜੇ ਇਹਨੂੰ ਕੁਛ ਹੋ ਗਿਆ ਤੇ ਨਾ 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 ਫਿਰ ਨਹੀਂ, ਨਾ ਨਾ ਇਹੀ ਸਭ ਕੁਛ ਆ। ਐਕਚੁਅਲੀ ਕੀ ਡਿਫਰੈਂਸ ਕੀ ਹੈ? ਇਸ ਸਰੀਰ ਨੇ ਖਾ ਲਿਆ, ਉਸ ਨੇ ਖਾ ਲਿਆ, ਤੀਜੇ ਨੇ ਖਾ ਲਿਆ। ਹੁਣ ਇਹ ਕਿੱਡੀ ਵੱਡੀ ਗੱਲ ਹੈ। ਬੰਦੇ ਨੂੰ ਇਹ ਸਮਝ ਵੀ ਨਹੀਂ ਆਉਂਦੀ ਕਈ ਵਾਰੀ। ਜਿਹਨੂੰ ਕਿਤੇ ਆ ਜਾਏ ਉਹਦੇ ਵਾਸਤੇ ਅੰਮ੍ਰਿਤ ਨਾਮ, ਉਹਦੇ ਲਈ ਹਰ ਰੂਪ ਹਰ ਚੀਜ਼ ਹੀ ਰੱਬ ਦਾ ਰੂਪ ਹੋ ਜਾਏਗੀ। ਅੰਮ੍ਰਿਤ ਨਾਮ। ਚੀਜ਼ਾਂ ਦੇ ਫਿਰ ਰੂਪ ਜਿਹੜੇ ਨਾਮ ਵਗੈਰਾ ਨੇ ਬਹੁਤੇ ਭੁਲੇਖੇ ਨਹੀਂ ਰੱਖਦੇ। ਫਿਰ ਜਿਸ ਖਿੱਤੇ ਦੇ ਵਿੱਚ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸੀਗਾ, ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੁਲਾਣੇ। ਕੋਈ ਰਾਮ ਰਹੀਮ ਸਤਾਏਂਦਾ, ਇੱਕ ਰਾਮ ਦੇ ਨਾਲ ਲੜ ਜੁੜਿਆ, ਇੱਕ ਰਹੀਮ ਨਾਲ, ਤੇ ਲੜ ਰਹੇ ਨੇ ਆਪਸ ਦੇ ਵਿੱਚ। ਤੇ ਗੁਰੂ ਗ੍ਰੰਥ ਸਾਹਿਬ ਵਰਗੀ ਰਚਨਾ ਉਹਨੇ ਦੋਨਾਂ ਨੂੰ ਕੈਰੀ ਕਰਕੇ ਦੱਸਿਆ, ਉਹ ਦੁਨੀਆ ਦੇ ਲੋਕੋ ਇਹ ਨਾਵਾਂ ਦੇ ਇਸ ਚਰਚੇ 'ਚ ਨਾ ਪਵੋ, ਗੁਣ ਫੜੋ ਉਹਦਾ। ਤੂੰ ਰਾਮ ਨੂੰ ਮੰਨਣਾ, ਆ ਰਾਮ ਤੇ ਬੜਾ ਔਖਾ ਆ ਰਾਮ ਨਾਲ ਜੁੜਨਾ। ਤੇ ਕਿਉਂ? ਰਾਮ ਰਾਮ ਕਰਤਾ ਸਭ ਜਗ ਫਿਰੈ। ਰਾਮ ਨਾ ਪਾਇਆ ਜਾਏ, ਐਵੇਂ ਥੋੜਾ ਪਾਇਆ ਜਾਏਗਾ। ਉਹਦੇ ਲਈ ਤੇ ਉਹਦੇ ਚ ਰਮਣਾ ਪਏਗਾ, ਜਾਣਾ ਪਏਗਾ। ਐਗਜ਼ੈਕਟਲੀ ਅੱਲਾ ਦੀ ਬਾਤ ਹੈ ਤੇ ਉਹ ਕਰਨ ਵਾਲਾ ਮੋਮਨ ਆ। ਤੇ ਮਹਾਰਾਜ ਕਹਿੰਦੇ ਮੁਸਲਮਾਨ ਬਣਨਾ ਬੜਾ ਔਖਾ ਕੰਮ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੇ। ਕਹਾ ਪਰ ਰਾਹ ਕਿੱਡਾ ਔਖਾ ਆ। ਜੋ ਤੂੰ ਉਹਦੀ ਕੁਲ ਆਮੀਨ ਸਭ ਜਗ੍ਹਾ ਦੇ ਉੱਤੇ ਉਸ ਨੂੰ ਦੇਖੇ, ਉਹਦੀ ਹੋਂਦ ਨੂੰ ਸਹੇਜ ਲੈ ਆਪਣੀ ਸੁਰਤ 'ਚ। ਸਭ ਕਹਿੰਦੇ ਜਿਹਨੂੰ ਅੰਮ੍ਰਿਤ ਨਾਮ ਸਦਾ ਜਨ ਸੋ ਹੈ। ਜਿਹੜੇ ਜਨ ਇਸ ਸੋਹਵਨੀਕ ਖਿਆਲ ਨਾਲ ਆਪਣੀ ਐਸੋਸੀਏਸ਼ਨ ਬਣਾ ਗਏ, ਗੁਰਮਤ ਹਰ ਰਸ ਪਾਵਣਿਆ। ਇਸ ਗੁਰੂ ਕੀ ਮੱਤ ਵਿੱਚ ਇੱਕ ਰਸ ਵੀ ਹੈ, ਇੱਕ ਸੁਗੰਧੀ ਵੀ ਹੈ, ਇੱਕ ਮਹਿਕ ਵੀ ਹੈ। ਫਿਰ ਉਹਨੂੰ ਉਹ ਮਾਣਦੇ ਨੇ, ਉਹਨੂੰ ਜੀਂਦੇ ਨੇ, ਉਹਨੂੰ ਅਪਣਾ ਲੈਂਦੇ ਨੇ। ਤੇ ਇਹੋ ਜਿਹੀਆਂ ਰੂਹਾਂ ਤੋਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਨਾ, ਮੈਂ ਵਾਰਨੇ ਜਾਨਾ। ਅਗਾਂਹ ਸ਼ਬਦ ਵਿੱਚ ਅਗਲੀ ਫਰਦਰ ਐਕਸਪਲੇਨੇਸ਼ਨ ਹੈਗੀ ਹੈ, ਜਿਹਦੇ ਬਾਬਤ ਬਾਤ ਆਉਂਦੇ ਸਮੇਂ ਵਾਸਤੇ ਪਾਵਾਂਗੇ। ਅੱਜ ਲਈ ਇੱਥੇ ਹੀ ਸਮਾਪਤੀ। ਇੱਕ ਵਾਰ ਫਿਰ ਸਾਕਾਏ ਪੰਜਾ ਸਾਹਿਬ ਦੇ ਨਾਂ ਮਹਾਨ ਸ਼ਹੀਦਾਂ ਨੂੰ, ਮਰਜੀਵੜਿਆਂ ਨੂੰ, ਉਹਨਾਂ ਗੁਰਸਿੱਖ ਪਿਆਰਿਆਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਆਹੂਤਿਤ ਕਰਕੇ ਮਾਨਵ ਕਲਿਆਣ ਦਾ ਐਡਾ ਵੱਡਾ ਅਮਲ ਕਰਕੇ ਸਾਨੂੰ ਵਿਖਾਇਆ, ਉਹਨਾਂ ਨੂੰ ਨਮਨ ਕਰਦੇ ਹਾਂ। ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।